ਭਾਰਤ ਅਤੇ ਚੀਨ ਦਰਮਿਆਨ ਲਦਾਖ ਵਾਲੇ ਖੇਤਰ 'ਚ ਸਿਆਚਿਨ ਗਲੇਸ਼ੀਅਰ ਵਾਲੇ ਪਾਸੇ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਕਾਫੀ ਦੇਰ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਚੀਨ ਦੀਆਂ ਫੌਜਾਂ ਨੇ ਜਿਹੜੀਆਂ ਉਹ ਭਾਰਤ ਵਾਲੇ ਖੇਤਰ ਵਿੱਚ ਦਾਖਲ ਹੋ ਗਈਆਂ ਨੇ, ਪਰ ਭਾਰਤੀ ਮੀਡੀਆ ਵੱਲੋਂ ਤੇ ਭਾਰਤ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਇੱਕ ਤਰ੍ਹਾਂ ਨਾਲ ਆਨਾਕਾਨੀ ਕੀਤੀ ਜਾ ਰਹੀ ਸੀ, ਨਾ ਕੀਤੀ ਜਾ ਰਹੀ ਸੀ। ਇਹ ਦੱਸਿਆ ਜਾ ਰਿਹਾ ਸੀਗਾ ਕਿ ਚੀਨ ਦੀਆਂ ਫੌਜਾਂ ਭਾਰਤ ਵਾਲੇ ਪਾਸੇ ਦਾਖਲ ਨਹੀਂ ਹੋਈਆਂ, ਜਸਟ ਇਹ ਖਬਰਾਂ ਹੀ ਹਨ। ਪਰ ਪਿਛਲੇ ਦਿਨੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੀਆਂ ਚੀਨ ਦੀਆਂ ਫੌਜਾਂ ਨੇ ਉਹ ਇੱਕ ਤਰ੍ਹਾਂ ਨਾਲ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਨੂੰ ਲੰਘ ਕੇ ਭਾਰਤ ਵਾਲੇ ਪਾਸੇ ਆ ਗਈਆਂ ਹੋਈਆਂ ਨੇ। ਸੋ ਰਸਮੀ ਤੌਰ 'ਤੇ ਕਾਫੀ ਦੇਰ ਤੋਂ ਜਿਸ ਗੱਲ ਦੀ ਉਡੀਕ ਕੀਤੀ ਜਾ ਰਹੀ ਸੀ, ਰਸਮੀ ਤੌਰ 'ਤੇ ਭਾਰਤ ਸਰਕਾਰ ਵੱਲੋਂ ਇਹ ਗੱਲ ਮੰਨ ਲਈ ਗਈ ਹੈ। ਹਾਲਾਂਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਭਾਰਤ ਸਰਕਾਰ ਵੱਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਇਸ ਦੇ ਬਾਵਜੂਦ ਵੀ ਮੇਰਾ ਖਿਆਲ ਹਾਲ ਦੀ ਘੜੀ ਚੀਨ ਦੀਆਂ ਫੌਜਾਂ ਅਤੇ ਉਹਦੇ ਕਮਾਂਡਰਾਂ ਅਤੇ ਉਹਦੀ ਪੋਲੀਟੀਕਲ ਲੀਡਰਸ਼ਿਪ ਨੇ ਇਸ ਤਰ੍ਹਾਂ ਦਾ ਸਟੈਂਡ ਨਹੀਂ ਸੀ ਦਿਖਾਇਆ ਕਿ ਉਹ ਪਿੱਛੇ ਹਟਣਗੀਆਂ। ਕੁਛ ਖਬਰਾਂ, ਥੋੜ੍ਹੀਆਂ ਜਿਹੀਆਂ ਛਿਟਪੁਟ ਖਬਰਾਂ ਇਹ ਆ ਰਹੀਆਂ ਨੇ ਵੀ ਥੋੜ੍ਹਾ ਉਹ ਪਿੱਛੇ ਹਟ ਰਹੀਆਂ ਨੇ, ਭਾਰਤ ਵੀ ਪਿੱਛੇ ਹਟ ਰਿਹਾ ਅਤੇ ਉਹ ਵੀ ਪਿੱਛੇ ਹਟ ਰਿਹਾ। ਪਰ ਹਾਲ ਦੀ ਘੜੀ ਸਾਨੂੰ ਇਹ ਲੱਗਦਾ ਵੀ ਇਹ ਡਿਪਲੋਮੈਟਿਕ ਭੁਲੇਖਾ ਹੀ ਹੈ, ਤਾਂ ਕਿ ਦੇਸ਼ ਦੇ ਲੋਕਾਂ ਵਿੱਚ ਇਸ ਤਰ੍ਹਾਂ ਦਾ ਕੋਈ ਰੋਹ ਪੈਦਾ ਨਾ ਹੋਵੇ ਜਾਂ ਹਾਲਾਤ ਆ ਜਿਹੜੇ ਉਹ ਖਰਾਬ ਨਾ ਹੋ ਜਾਣ। ਇਸ ਕਰਕੇ ਭਾਰਤੀ ਮੀਡੀਆ ਜਿਹੜਾ ਅਕਸਰ ਹੀ ਜੰਗ ਦੇ ਦਗਮਜ਼ੇ ਮਾਰਦਾ ਅਤੇ ਗੁਆਂਢੀ ਮੁਲਕਾਂ ਨਾਲ ਜੰਗ ਲਾਉਣ ਦੀਆਂ ਆਪ ਹੀ ਤਿਆਰੀਆਂ ਕਰ ਲੈਂਦਾ ਹੈ, ਚੀਨ ਵਾਲੇ ਮਾਮਲੇ 'ਤੇ ਉਹ ਬਿਲਕੁਲ ਚੁੱਪ ਹੋਇਆ ਬੈਠਾ ਹੈ ਅਤੇ ਲਗਾਤਾਰ ਭਾਰਤ ਸਰਕਾਰ ਦੀ ਇਸ ਨੀਤੀ ਨੂੰ ਅੱਗੇ ਵਧਾ ਰਿਹਾ ਹੈ ਕਿ ਚੀਨ ਵਾਲੇ ਪਾਸੇ ਤੋਂ ਕੋਈ ਘੁਸਪੈਠ ਨਹੀਂ ਹੋਈ। ਪਰ ਹੁਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਆ ਜਾਣ ਨਾਲ ਇਸ ਘੁਸਪੈਠ ਦੀਆਂ ਜਿਹੜੀਆਂ ਖਬਰਾਂ ਦੀ ਆ ਜਿਹੜੀ ਪੁਸ਼ਟੀ ਹੋ ਜਾਂਦੀ ਹੈ। ਵੈਸੇ ਚੀਨ ਦੀ ਸਰਹੱਦ 'ਤੇ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਸੀ ਹੋਈ। ਦੱਸਿਆ ਜਾ ਰਿਹਾ ਹੈ ਕਿ ਆਖਰੀ ਗੋਲੀ ਆ ਜਿਹੜੀ ਚੀਨ ਦੀ ਸਰਹੱਦ 'ਤੇ ਉਹ 1975 ਵਿੱਚ ਚੱਲੀ ਸੀ। 1962 ਦੀ ਜੰਗ ਤੋਂ ਬਾਅਦ 1967 ਵਿੱਚ ਥੋੜ੍ਹਾ ਜਿਹਾ ਕੋਈ ਝੜਪਾਂ ਹੋਈਆਂ ਸੀਗੀਆਂ ਡੋਕਲਾਮ ਵਾਲੇ ਖੇਤਰ 'ਚ, ਪਰ ਉਸ ਵੇਲੇ ਕੁਛ ਨਾ ਕੁਛ ਅਗਰੈਸ਼ਨ ਹੋਇਆ ਸੀ ਦੋਹਾਂ ਧਿਰਾਂ ਵੱਲੋਂ, ਇੱਕ ਤਰ੍ਹਾਂ ਨਾਲ ਝੜਪਾਂ ਹੋਈਆਂ। ਪਰ ਉਹ ਤੋਂ ਬਾਅਦ ਜਿਹੜੀਆਂ ਡਿਪਲੋਮੈਟਿਕਲੀ ਸਾਰੀਆਂ ਗੱਲਾਂ ਨੂੰ ਸ਼ਾਂਤ ਕਰ ਲਿਆ ਗਿਆ। ਉਹ ਤੋਂ ਬਾਅਦ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀ, ਇੱਕ ਈਵਨ ਜਵਾਹਰ ਲਾਲ ਨਹਿਰੂ, ਉਹ ਤੋਂ ਬਾਅਦ ਇੰਦਰਾ ਗਾਂਧੀ ਅਤੇ ਉਹ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਵੀ ਉੱਥੇ ਜਾਂਦੇ ਰਹੇ ਨੇ। ਬਹੁਤ ਸਾਰੇ ਉਹਨਾਂ ਦੇ ਸੰਮੇਲਨ ਹੋਏ ਨੇ ਅਤੇ ਸਰਹੱਦ ਬਾਰੇ ਖਾਸ ਤੌਰ 'ਤੇ ਇੱਕ ਤਰ੍ਹਾਂ ਨਾਲ ਗੱਲਾਂ ਚੱਲਦੀਆਂ ਰਹੀਆਂ ਨੇ, ਕੁਝ ਸਮਝੌਤੇ ਵੀ ਹੋਏ ਨੇ। ਜਦੋਂ ਅਟਲ ਬਿਹਾਰੀ ਵਾਜਪਾਈ 1996 ਵਿੱਚ ਗਏ ਸੀ ਤਾਂ ਉਸ ਵੇਲੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਮੰਨ ਲਿਆ ਸੀਗਾ ਵੀ ਜਿਹੜਾ ਤਿੱਬਤ ਹੈ ਉਹ ਚੀਨ ਦਾ ਇਲਾਕਾ ਹੀ ਹੈ। ਇਹ ਆਫੀਸ਼ੀਅਲੀ ਅਟਲ ਬਿਹਾਰੀ ਵਾਜਪਾਈ ਉਹਨੇ ਇਸ ਗੱਲ ਨੂੰ ਮੰਨ ਕੇ ਆਏ ਸੀ। ਹੁਣ ਇਹ ਸਵਾਲ ਪੈਦਾ ਹੁੰਦਾ ਸਭ ਤੋਂ ਪਹਿਲਾਂ ਕਿ ਚੀਨ ਨੇ ਇਸ ਸਿਆਚਿਨ ਗਲੇਸ਼ੀਅਰ ਵਾਲੇ ਪਾਸੇ, ਡੋਕਲਾਮ ਨੂੰ ਛੱਡ ਕੇ ਸਿਆਚਿਨ ਗਲੇਸ਼ੀਅਰ ਵਾਲੇ ਪਾਸੇ, ਜਿਹਦੇ ਵਿੱਚ ਪੈਂਗੋਂਗ ਤਸੋ ਆਉਂਦਾ ਹੈਗਾ, ਹੌਟ ਸਪ੍ਰਿੰਗਸ ਜਿਹਨੂੰ ਕਿਹਾ ਜਾਂਦਾ ਹੈ ਫੌਜੀ ਨੁਕਤਾ ਨਿਗਾਹ ਤੋਂ, ਅਤੇ ਗਲਵਾਨ ਜਿਹੜਾ ਰਿਵਰ ਹੈਗਾ, ਜਿਹੜਾ ਗਲਵਾਨ ਨਦੀ ਜਿਹਨੂੰ ਕਿਹਾ ਜਾਂਦਾ, ਉਸ ਇਲਾਕੇ ਦੇ ਜਿਹੜੇ 857 ਕਿਲੋਮੀਟਰ ਲੰਬੀ ਲਾਈਨ ਆਫ ਐਕਚੁਅਲ ਕੰਟਰੋਲ ਅਤੇ ਇੰਟਰਨੈਸ਼ਨਲ ਬਾਰਡਰ ਹੈ, ਉਹਦੇ ਵਿੱਚ ਘੁਸਪੈਠ ਹੋਣ ਦੀਆਂ ਖਬਰਾਂ ਆਈਆਂ ਨੇ। ਪਾਠਕਾਂ ਨੂੰ ਦੱਸਿਆ ਜਾਵੇ ਕਿ ਚੀਨ ਦੇ ਉਸ ਸਿਆਚਿਨ ਵਾਲੇ ਗਲੇਸ਼ੀਅਰ ਵਾਲੇ ਪਾਸੇ ਜਿੱਥੇ ਘੁਸਪੈਠ ਹੋਈ ਹੈ ਉੱਥੇ 857 ਕਿਲੋਮੀਟਰ ਦਾ ਕੌਮਾਂਤਰੀ ਬਾਰਡਰ ਹੈ। ਉਹਦੇ ਵਿੱਚੋਂ 368 ਕਿਲੋਮੀਟਰ ਨੂੰ ਹੀ ਜਿਹੜਾ ਹੈਗਾ ਵੀ LOC, ਜਿਹਨੂੰ ਇਲੈਕਚੁਅਲ ਲਾਈਨ ਆਫ ਐਕਸ਼ਨ, ਜਿਹੜੀ ਕੰਟਰੋਲ ਆ, ਜਿਹਨੂੰ ਇੰਟਰਨੈਸ਼ਨਲ ਬਾਰਡਰ ਜਾਂ ਕੌਮਾਂਤਰੀ ਸਰਹੱਦ ਆ ਜਿਹੜੀ ਉਹ ਕਿਹਾ ਜਾ ਸਕਦਾ, ਜਿੱਥੇ ਕਿ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਵੀ ਆਹ ਹਿੱਸਾ ਭਾਰਤ ਦਾ ਹੈ ਅਤੇ ਆਹ ਚੀਨ ਦਾ ਹੈ। ਬਾਕੀ 499 ਕਿਲੋਮੀਟਰ ਜਿਹੜਾ ਸਰਹੱਦ ਦਾ ਇਲਾਕਾ ਹੈ ਉਹਦੇ 'ਤੇ ਕੋਈ ਨਿਸ਼ਾਨੀਆਂ ਨਹੀਂ ਲੱਗੀਆਂ, ਕੋਈ ਕਿਸੇ ਦਾ ਦਾਅਵਾ ਨਹੀਂ। ਜਿੰਨਾ ਕਿਸੇ ਦਾ ਜ਼ੋਰ ਚੱਲਦਾ ਉਹ ਅੱਗੇ ਪਿੱਛੇ ਹੋ ਜਾਂਦਾ ਹੈ। ਸੋ 499 ਕਿਲੋਮੀਟਰ ਵਾਲੀ ਜਿਹੜੀ ਸਰਹੱਦ ਹੈ ਇਹਦੇ 'ਤੇ ਕੋਈ ਵੀ ਦਾਅਵਾ ਕਰ ਸਕਦਾ, ਕੋਈ ਅੱਗੇ ਆ ਜਾਂਦਾ, ਕੋਈ ਪਿੱਛੇ ਚਲੇ ਜਾਂਦਾ। ਇਹ ਡਿਪੈਂਡ ਕਰਦਾ ਵੀ ਕਿਹਦੇ ਕੋਲ ਕਿੰਨੀ ਸ਼ਕਤੀ ਹੈਗੀ ਆ। ਜਿੱਦਾਂ ਆਪਾਂ ਦੱਸ ਕੇ ਆਏ ਹੈਗੇ ਆ ਬਈ 1967 ਤੋਂ ਬਾਅਦ 1975 ਵਿੱਚ ਛੋਟੀ ਮੋਟੀ ਗੋਲਾਬਾਰੀ ਹੋਈ ਸੀ। ਮੇਰੇ ਖਿਆਲ ਜਦੋਂ ਸਿੱਕਮ ਵਾਲਾ ਰੌਲਾ ਪਿਆ ਉਸ ਵੇਲੇ ਛੋਟੀ ਮੋਟੀ ਗੋਲਾਬਾਰੀ ਹੋਈ ਸੀ। ਉਹ ਤੋਂ ਬਾਅਦ ਲਗਾਤਾਰ ਇਹ ਸਰਹੱਦਾਂ ਸੀ ਜਿਹੜੀਆਂ ਚੀਨ ਵਾਲੇ ਪਾਸਿਓਂ ਬਿਲਕੁਲ ਸ਼ਾਂਤ ਹੁੰਦੀਆਂ ਰਹੀਆਂ। ਬੇਸ਼ੱਕ ਬੰਗਲਾਦੇਸ਼ ਰੇਂਜਰਸ ਨਾਲ ਅਤੇ ਪਾਕਿਸਤਾਨ ਨਾਲ ਗੋਲੀਬਾਰੀ ਹਰ ਰੋਜ਼ ਹੀ ਹੁੰਦੀ ਰਹਿੰਦੀ ਹੈਗੀ, ਪਰ ਚੀਨ ਵਾਲੇ ਪਾਸੇ ਤੋਂ ਬਿਲਕੁਲ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਸੀ ਆਈ। ਹੁਣ ਸਵਾਲ ਉੱਠਦਾ ਹੈ ਕਿ ਵਰਤਮਾਨ ਸਮੇਂ ਚੀਨ ਦੇ ਇਸ ਤਰ੍ਹਾਂ ਦੇ ਜਿਹੜੇ ਤਿੱਖੇ ਤੇਵਰ ਆ ਉਹ ਕਿਉਂ ਦਿਖਾਏ ਆ। ਅਸੀਂ ਸਮਝਦੇ ਹਾਂ ਕਿ ਕੁਝ ਸਮਾਂ ਪਹਿਲਾਂ, ਲਗਭਗ 1.5-2 ਮਹੀਨੇ ਪਹਿਲਾਂ, ਕਸ਼ਮੀਰ ਰੇਡੀਓ ਤੋਂ, ਭਾਰਤੀ ਰੇਡੀਓ ਵੱਲੋਂ ਗਿਲਗਿਟ ਅਤੇ ਬਲਾਟਿਸਤਾਨ ਦੇ ਜਿਹੜਾ ਇੱਕ ਤਰ੍ਹਾਂ ਨਾਲ ਮੌਸਮ ਦਾ ਹਾਲ ਦੱਸਣਾ ਆਰੰਭ ਹੋਇਆ ਸੀ। ਉਸ ਮੌਸਮ ਦੇ ਹਾਲ ਦੱਸਣ ਦੇ ਨਾਲ ਨਾਲ ਹੀ
ਭਾਰਤੀ ਜਨਤਾ ਪਾਰਟੀ ਦਾ, ਜਿਹਨੂੰ IT ਸੈੱਲ ਕਿਹਾ ਜਾਂਦਾ ਹੈ, ਉਸ ਵੱਲੋਂ ਇਹ ਲਗਾਤਾਰ ਇਨਫੋਰਮੇਸ਼ਨ ਫੈਲਾਈ ਗਈ ਤੇ ਦਗਮੇ ਜੇ ਮਾਰੇ ਗਏ। ਤੇ ਈਵਨ ਭਾਰਤ ਦੇ ਵਿਦੇਸ਼ ਮੰਤਰੀ ਤੱਕ ਦਾ ਵੀ ਇਹ ਬਿਆਨ ਆਇਆ ਸੀਗਾ ਵੀ ਜਿਹੜਾ ਪਾਕਿਸਤਾਨ ਦੇ ਅਧਿਕਾਰ ਖੇਤਰ ਵਾਲਾ ਕਸ਼ਮੀਰ ਹੈ ਉਹ ਸਾਡਾ ਹੈ, ਤੇ ਉਹ ਜਿੰਨੀ ਜਲਦੀ ਹੋ ਸਕੇ ਪਾਕਿਸਤਾਨ ਨੂੰ ਉਹ ਖਾਲੀ ਕਰ ਦੇਣਾ ਚਾਹੀਦਾ ਤੇ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਇਹ ਸਾਰਾ ਜਿਹੜਾ ਚੀਨ ਦਾ ਅਗਰੈਸਿਵ ਮੋਡ ਆ, ਜਿਹੜਾ ਇੱਕ ਖੁੰਖਾਰੂ ਰੂਪ ਹੈ, ਉਹ ਸਾਡੇ ਸਾਹਮਣੇ ਆਉਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਹੀ ਜਿਹੜੀ ਚੀਨ ਦੀਆਂ ਦਖਲਅੰਦਾਜ਼ੀ ਦੀਆਂ ਘਟਨਾਵਾਂ ਨੇ, ਉਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਆਉਣ ਲੱਗੀਆਂ ਨੇ। ਹੁਣ ਚੀਨ ਦੇ ਪਾਕਿਸਤਾਨ ਵਿੱਚ ਬਹੁਤ ਵੱਡੇ ਇੰਟਰਸਟ ਨੇ, ਉਹਦੇ ਆਰਥਿਕ ਇੰਟਰਸਟ ਬਹੁਤ ਵੱਡੇ ਨੇ। ਚੀਨ ਨੇ ਗਵਾਦਰ ਪੋਰਟ ਤੇ, ਜਿਹੜਾ ਕਿ ਕਰਾਚੀ ਦੇ ਲਾਗੇ ਲੱਗਦਾ ਹੈ, ਜਿਸ ਨਾਲ ਕੌਮਾਂਤਰੀ ਬਾਰਡਰ ਜਿਹੜਾ ਕਿ ਰੂਟ ਸੀਗਾ, ਇੱਕ ਜਿਹੜਾ ਸਮੁੰਦਰੀ ਰੂਟ ਸੀ, ਉਹਨੂੰ ਆਪਣੇ ਹੱਕ ਵਿੱਚ ਕਰ ਲਿਆ ਹੈ। ਬਹੁਤ ਲੰਬਾ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਸਮੁੰਦਰੀ ਰੂਟ ਸੀ, ਉਹਨੂੰ ਸੈਂਕੜੇ ਕਿਲੋਮੀਟਰਾਂ ਵਿੱਚ ਬਦਲ ਕੇ ਇੱਕ ਤਰ੍ਹਾਂ ਨਾਲ ਆਪਣਾ ਜਮਘਟਾ ਜਮਾ ਲਿਆ ਹੈ, ਜਿਹਦੀ ਕਿ ਉਸ ਨੂੰ ਬਹੁਤ ਆਰਥਿਕ ਤੌਰ ਤੇ ਬਹੁਤ ਸਹਾਇਤਾ ਮਿਲਣ ਵਾਲੀ ਹੈ। ਬਹੁਤ ਵੱਡਾ ਆਰਥਿਕ ਜਿਹੜਾ ਮਾਹੌਲ ਹੈ ਉਹਦੇ ਲਈ ਕ੍ਰੀਏਟ ਹੋਣ ਵਾਲਾ ਹੈ। ਇਸ ਸੰਦਰਭ ਵਿੱਚ ਹੀ ਭਾਰਤ ਨੇ ਚੀਨ ਤੇ ਪਾਕਿਸਤਾਨ ਦੇ ਇਸ ਗੱਠਜੋੜ ਨੂੰ ਤੋੜਨ ਲਈ ਈਰਾਨ ਨਾਲ ਮਿਲ ਕੇ ਇੱਕ ਹੋਰ ਨਵੀਂ ਬੰਦਰਗਾਹ ਬਣਾਉਣ ਦਾ ਯਤਨ ਕੀਤਾ ਸੀ, ਪਰ ਈਰਾਨ ਨਾਲ ਦੁਖਦਾਈ ਸਬੰਧਾਂ ਕਾਰਨ ਉਹ ਜਿਹੜੀ ਬੰਦਰਗਾਹ ਦਾ ਜਿਹੜਾ ਮਾਮਲਾ ਹੈ ਉਹ ਠੰਡਾ ਪੈ ਗਿਆ ਹੈ। ਪਰ ਚੀਨ ਤੇ ਪਾਕਿਸਤਾਨ ਦੇ ਜਿਹੜੇ ਵਾਧੇ ਰਿਸ਼ਤੇ ਆ, ਉਹਨਾਂ ਕਾਰਨ ਇੱਕ ਤਾਂ ਭਾਰਤ ਸਰਕਾਰ ਡਿਪਲੋਮੈਟਿਕਲੀ ਇੱਕ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰ ਰਹੀ ਹੈ। ਦੂਜੇ ਪਾਸੇ ਚੀਨ ਨੇ ਜਦੋਂ ਇਹ ਲੱਗਿਆ ਕਿ ਜਿਹੜਾ ਪਾਕਿਸਤਾਨ ਦੀ ਅਗਵਾਈ ਹੇਠਲਾ ਕਸ਼ਮੀਰ ਹੈ ਉਹਦੇ ਬਾਰੇ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ, ਤਾਂ ਉਹਨੂੰ ਆਪਣੇ ਜਿਹੜੇ ਆਰਥਿਕ ਹਿੱਤ ਨੇ ਉਹਨਾਂ ਨੂੰ ਕੁਝ ਨਾ ਕੁਝ ਨੁਕਸਾਨ ਹੁੰਦਾ ਦਿਖਿਆ। ਕਿਉਂਕਿ ਚੀਨ ਨੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਾਇਆ ਹੈ, ਉਹ ਲਗਭਗ 4000 ਕਿਲੋਮੀਟਰ ਲੰਬੀ ਸੜਕ ਹੈ ਤੇ ਟ੍ਰੇਨ ਦਾ ਰਸਤਾ ਹੈ, ਜਿਹੜਾ ਜਿਸ ਰਾਹੀਂ ਕਿ ਵਪਾਰ ਕੀਤਾ ਜਾਣਾ। ਉਹ ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਚੀਨ ਤੋਂ ਲੈ ਕੇ ਮੁੜ ਕੇ ਸੈਂਟਰਲ ਏਸ਼ੀਆ ਦੇ ਮੁਲਕਾਂ ਰਾਹੀਂ ਹੁੰਦਾ ਹੋਇਆ ਉਹ ਜਿਹੜਾ ਰਸਤਾ ਹੈ ਉਹ ਯੂਰਪ ਤੱਕ ਚੀਨ ਵੱਲੋਂ ਸਮਾਨ ਭੇਜਣ ਦਾ ਇੱਕ ਜ਼ਰੀਆ ਜਿਹੜਾ ਬਣਾਇਆ ਗਿਆ। ਸੋ ਚੀਨ ਨੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਉਸ ਮਾਮਲੇ ਵਿੱਚ। ਸੋ ਉਹ ਨਹੀਂ ਚਾਹੁੰਦਾ ਕਿ ਭਾਰਤ ਵਾਲੇ ਪਾਸਿਓਂ ਇਸ ਤਰ੍ਹਾਂ ਦੀ ਕਿਸੇ ਕਾਰਵਾਈ ਕਰਕੇ ਉਹਦਾ ਜਿਹੜੇ ਪਾਕਿਸਤਾਨ ਵਿੱਚ ਉਹਨੇ ਆਰਥਿਕ ਹਿੱਤ ਕ੍ਰੀਏਟ ਕੀਤੇ ਆ ਉਹਨਾਂ ਦਾ ਕੋਈ ਨੁਕਸਾਨ ਹੋ ਸਕੇ। ਸੋ ਹਾਲ ਦੀ ਘੜੀ ਇਸੇ ਕਰਕੇ ਚੀਨ ਨੇ ਆਪਣਾ ਥੋੜ੍ਹਾ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਜਿਹੜਾ ਗੁੱਸਾ ਹੈ ਜਾਂ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਨੇ। ਕੁਛ ਉਹਦੇ ਜਿਹੜੇ ਫੌਜੀ ਨੇ ਉਹ ਇਸ ਵੇਲੇ, ਹੁਣ ਸਥਿਤੀ ਇਹ ਹੈ, ਜਿਹੜੀਆਂ ਅਖਬਾਰੀ ਖਬਰਾਂ ਨੇ ਜਾਂ ਜਿਹੜੇ ਸਾਬਕਾ ਫੌਜੀ ਅਧਿਕਾਰੀ ਨੇ ਜਿਹੜੇ ਰਿਟਾਇਰ ਹੋਏ ਨੇ, ਉਹਨਾਂ ਨੇ ਵੱਖ-ਵੱਖ ਅਖਬਾਰਾਂ ਵਿੱਚ ਜਾਂ ਵੱਖ-ਵੱਖ ਵੈਬਸਾਈਟ 'ਤੇ ਜਿਹੜੇ ਆਰਟੀਕਲ ਲਿਖਿਆ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 40 ਤੋਂ ਲੈ ਕੇ 60 ਕਿਲੋਮੀਟਰ ਸਕੁਅਰ ਤੱਕ ਜਿਹੜੀ ਚੀਨ ਦੀ ਫੌਜ ਹੈ ਉਹ ਉਸ ਵੇਲੇ ਅੰਦਰ ਆ ਗਈ ਹੋਈ ਹੈ। ਸੋ ਹੁਣ ਇਹ ਦੇਖੋ ਵੀ ਉਹ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਵੀ ਭਾਰਤ ਵਾਲੇ ਖੇਤਰ ਵਿੱਚ 40 ਤੋਂ ਲੈ ਕੇ 60 ਕਿਲੋਮੀਟਰ ਸਕੁਅਰ ਦੇ ਮਾਮਲੇ ਵਿੱਚ ਉਹਨਾਂ ਨੇ ਕਬਜ਼ਾ ਕਰ ਲਿਆ ਹੋਇਆ ਹੈ। ਸੋ ਜਦੋਂ ਇਹ ਕਬਜ਼ਾ ਹੋ ਗਿਆ ਹੋਇਆ ਹੈ, ਹੁਣ ਹਾਲੇ ਭਾਰਤ ਵੱਲੋਂ ਤੇ ਭਾਰਤੀ ਮੀਡੀਆ ਵੱਲੋਂ ਉਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਕਿਤੇ ਨਾ ਕਿਤੇ ਡਿਪਲੋਮੈਟਿਕਲੀ ਉਸ ਮਾਮਲੇ ਨੂੰ ਦਬਾ ਦਿੱਤਾ ਜਾਵੇ ਜਾਂ ਕਿਸੇ ਤਰ੍ਹਾਂ ਨਾਲ ਗੱਲ ਕਰ ਲਈ ਜਾਵੇ। ਠੀਕ ਹੈ, ਮਸਲਾ ਹੈ ਗੱਲ ਨਾਲ ਹੀ ਨਿਬੜੇਗਾ, ਪਰ ਉਸ ਗੱਲ ਦੀਆਂ ਹੁਣ ਟਰਮਸ ਐਂਡ ਕੰਡੀਸ਼ਨ, ਜਿਹੜੀਆਂ ਸ਼ਰਤਾਂ ਨੇ ਉਹ ਬਦਲ ਗਈਆਂ ਨੇ। ਜਦੋਂ ਚੀਨ ਨੇ ਤੁਹਾਡੇ ਇਲਾਕੇ ਵਿੱਚ 40 ਤੋਂ ਲੈ ਕੇ 60 ਕਿਲੋਮੀਟਰ ਤੱਕ ਕਬਜ਼ਾ ਕਰ ਲਿਆ ਹੈ, ਤਾਂ ਹੁਣ ਜਿਹੜੀ ਗੱਲਬਾਤ ਹੋਊਗੀ ਉਹ ਚੀਨ ਦੀਆਂ ਟਰਮਸ ਐਂਡ ਕੰਡੀਸ਼ਨਸ 'ਤੇ ਹੋਊਗੀ। ਚੀਨ ਦਾ ਹੱਥ ਉੱਪਰ ਹੋ ਗਿਆ ਹੈ, ਭਾਰਤ ਆ ਜਿਹੜਾ ਉਹ ਡਿਫੈਂਸਿਵ ਮੋਡ 'ਚ ਆ ਗਿਆ ਹੈ। ਸੋ ਚੀਨ ਹਮਲਾਵਰ ਰੁੱਖ ਆ ਜਿਹੜਾ ਉਹਦਾ ਬਣ ਗਿਆ ਹੋਇਆ ਹੈ ਡਿਪਲੋਮੈਟਿਕ ਗੱਲਬਾਤ ਵਿੱਚ ਵੀ। ਸੋ ਡਿਪਲੋਮੈਟਿਕਲੀ ਉਹਦਾ ਜਿਹੜਾ ਹੱਥ ਉੱਪਰ ਹੋ ਗਿਆ ਹੋਇਆ ਹੈ। ਹੁਣ ਉਹ ਜੇ ਕੋਈ ਸਮਝੌਤਾ ਕਰੇਗਾ ਤਾਂ ਉਹ ਆਪਣੀਆਂ ਸ਼ਰਤਾਂ ਅਨੁਸਾਰ ਕਰੇਗਾ। ਭਾਰਤ ਨੂੰ ਚੀਨ ਦੀਆਂ ਸ਼ਰਤਾਂ ਮੰਨ ਕੇ ਸਮਝੌਤਾ ਕਰਨਾ ਪਊਗਾ, ਤੇ ਇਹ ਹੋ ਸਕਦਾ ਹੈ ਕਿ ਚੀਨ ਕਹੇ ਕਿ ਸਟੇਟਸ ਕੋ ਕਾਇਮ ਕਰ ਲਓ। ਜਿਹੜਾ ਸਟੇਟਸ ਕੋ ਕਾਇਮ ਹੋਊਗਾ ਉਹ 40 ਤੋਂ 60 ਕਿਲੋਮੀਟਰ ਸਕੁਅਰ ਜਿਹੜਾ ਹੁਣ ਤੱਕ ਉਹ ਦੱਬ ਚੁੱਕਿਆ ਭਾਰਤ ਦਾ ਇਲਾਕਾ, ਇਹਦਾ ਮਤਲਬ ਉਹ ਚੀਨ ਦੇ ਇਲਾਕੇ ਵਿੱਚ ਚਲਿਆ ਗਿਆ ਹੈ। ਸੋ ਉਸ ਸੰਦਰਭ ਵਿੱਚ ਹੀ ਉਹ ਜਿਹੜੀ ਗੱਲਬਾਤ ਆ ਉਹ ਕਰੇਗਾ। ਤੇ ਜੇ ਭਾਰਤ ਸਰਕਾਰ ਇਸ ਤਰ੍ਹਾਂ ਦੇ ਕਿਸੇ ਡਿਪਲੋਮੈਟਿਕ ਚੈਨਲ ਰਾਹੀਂ ਉਹਦੀਆਂ ਸ਼ਰਤਾਂ ਨਹੀਂ ਮੰਨਦੀ ਤਾਂ ਹੋ ਸਕਦਾ ਛੋਟੀਆਂ-ਮੋਟੀਆਂ ਸਰਹੱਦ 'ਤੇ ਜਿਹੜੀਆਂ ਨੇ ਉਹ ਝੜਪਾਂ ਵੀ ਹੋ ਜਾਣ, ਜਿਹੜੀਆਂ ਕਿ ਭਾਰਤ ਲਈ ਵੀ ਫਾਇਦੇਮੰਦ ਨਹੀਂ ਹੋਣਗੀਆਂ ਤੇ ਚੀਨ ਲਈ ਵੀ ਫਾਇਦੇਮੰਦ ਨਹੀਂ ਹੋਣਗੀਆਂ। ਖਾਸ ਕਰਕੇ ਚੀਨ ਦਾ ਜੋ ਰੁਖ ਹੋਏਗਾ ਇਸ ਵੇਲੇ ਜੰਗ ਲਾਉਣ ਬਾਰੇ ਜਾਂ ਜੰਗ ਨਾ ਲਾਉਣ ਬਾਰੇ, ਉਹ ਹੋਏਗਾ ਵੀ ਭਾਰਤ ਦੇ ਅਮਰੀਕਾ ਨਾਲ ਕਿਸ ਤਰ੍ਹਾਂ ਦੇ ਸੰਬੰਧ ਨੇ। ਸੋ ਇਸ ਵੇਲੇ ਅਸੀਂ ਸਮਝਦੇ ਹਾਂ ਵੀ ਭਾਰਤ ਅਮਰੀਕਾ ਨਾਲ ਬਹੁਤ ਨੇੜਲੇ ਢੰਗ ਨਾਲ ਜੁੜਿਆ ਹੋਇਆ ਹੈ। ਬਹੁਤ ਵੱਡੀਆਂ ਹਥਿਆਰਾਂ ਦੀਆਂ ਖੇਪਾਂ ਉਹਦੇ ਤੋਂ ਖਰੀਦੀਆਂ ਜਾ ਰਹੀਆਂ ਨੇ। 8 ਅਰਬ ਡਾਲਰ ਦੇ ਜਿਹੜੇ ਹਥਿਆਰ ਨੇ ਉਹ ਰੂਸ ਤੋਂ ਖਰੀਦੇ ਜਾ ਰਹੇ ਨੇ,
ਤੇ 7 ਅਰਬ ਡਾਲਰ ਦਾ ਇੱਕੋ ਹੀ ਠੇਕਾ ਜਿਹੜਾ ਉਹ ਅਮਰੀਕਾ ਨੂੰ ਦਿੱਤਾ ਗਿਆ ਹੈ। ਸੋ ਜਿੰਨੇ ਭਾਰਤ ਦੇ ਰਿਸ਼ਤੇ ਅਮਰੀਕਾ ਨਾਲ ਗੂੜੇ ਹੁੰਦੇ ਜਾਣਗੇ, ਚੀਨ ਦੀਆਂ ਜਿਹੜੀਆਂ ਅੱਖਾਂ ਨੇ ਉਹ ਜ਼ਿਆਦਾ ਖੁੰਖਾਰ ਹੁੰਦੀਆਂ ਜਾਣਗੀਆਂ ਭਾਰਤ ਪ੍ਰਤੀ। ਸੋ ਅਸੀਂ ਇੱਥੇ ਦੱਸਦੇ ਜਾਈਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਜ਼ ਏ ਮੁੱਖ ਮੰਤਰੀ, ਗੁਜਰਾਤ ਦੇ ਮੁੱਖ ਮੰਤਰੀ, ਚੀਨ ਨਾਲ ਕਦੇ ਵੀ ਕੋਈ ਅੜਿੱਕਾ ਨਹੀਂ ਰਿਹਾ। ਉਹ ਬਹੁਤ ਵਾਰ ਚੀਨ ਗਏ ਤੇ ਇਹ ਵੀ ਦੱਸਿਆ ਜਾਣਾ ਜ਼ਰੂਰੀ ਹੈ ਕਿ ਗੁਜਰਾਤ ਵਿੱਚ ਚੀਨ ਦੀ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਹੈ ਤੇ ਲਗਾਤਾਰ ਚੀਨ ਦੀ ਬਹੁਤ ਵੱਡੀ ਇਨਵੈਸਟਮੈਂਟ ਆ ਜਿਹੜੀ ਉਹ ਗੁਜਰਾਤ ਵਿੱਚ ਹੈ। ਹੁਣ ਜਦੋਂ ਉਹ ਮੋਦੀ ਪ੍ਰਧਾਨ ਮੰਤਰੀ ਬਣ ਗਏ ਨੇ ਤਾਂ ਹੁਣ ਉਹ ਜਿਹੜੀਆਂ ਤਰ੍ਹਾਂ ਕਹਿ ਸਕਦੇ ਆ ਵੀ ਹਾਲਾਤ ਨੇ ਉਹ ਬਦਲ ਗਏ ਨੇ। ਹੁਣ ਚੀਨ ਨਾਲ ਉਹਨਾਂ ਦੇ ਰਿਸ਼ਤੇ ਤੇ ਉਹਨਾਂ ਦੀ ਜਿਹੜੀ ਆਪਣੀ ਨਿੱਜੀ ਸਮਝ ਵੀ ਹੈ ਉਹ ਬਦਲ ਗਈ ਹੋਈ ਹੈ। ਸੋ ਇਸ ਸੰਦਰਭ ਵਿੱਚ ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਚੀਨ ਕਿਸ ਤਰ੍ਹਾਂ ਦਾ ਅਗਰੈਸਿਵ ਮੋਡ ਲਊਗਾ। ਚੀਨ ਇਹੀ ਡਿਪੈਂਡ ਕਰੂਗਾ ਵੀ ਅਮਰੀਕਾ ਨਾਲ ਭਾਰਤ ਕਿੰਨਾ ਨੇੜੇ ਹੁੰਦਾ, ਜਾਂ ਜਿੰਨਾ ਭਾਰਤ ਅਮਰੀਕਾ ਦੇ ਨੇੜੇ ਹੁੰਦਾ ਜਾਊਗਾ ਉਨਾ ਹੀ ਚੀਨ ਆ ਜਿਹੜਾ ਉਹ ਆਪਣੀਆਂ ਅੱਖਾਂ ਦਿਖਾਉਂਦਾ ਰਹੂਗਾ। ਵੈਸੇ ਇਹ ਹੁੰਦਾ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਵੀ ਦੁਸ਼ਮਣ ਦੇਸ਼ਾਂ ਨਾਲ ਵੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਆਪਣੀ ਜਿਹੜੀ ਸਾਂਝ ਆ ਉਹ ਬਰਕਰਾਰ ਰੱਖਦੀਆਂ। ਹੁਣ ਭਾਰਤ ਦੇ ਪਾਕਿਸਤਾਨ ਨਾਲ ਰਿਸ਼ਤੇ ਬਿਲਕੁਲ ਚੰਗੇ ਨਹੀਂ ਹਨ, ਪਰ ਅਮਰੀਕਾ ਪਾਕਿਸਤਾਨ ਨਾਲ ਵੀ ਚੰਗਾ ਚੱਲ ਰਿਹਾ ਹੈ ਤੇ ਭਾਰਤ ਨਾਲ ਵੀ ਚੰਗਾ ਚੱਲ ਰਿਹਾ ਹੈ। ਸੋ ਵੱਡੀ ਗੱਲ ਹੈ ਜਿਹੜੀ ਚੀਨ ਦੇ ਆਰਥਿਕ ਹਿੱਤ ਨੇ, ਜਿਹੜੀ ਉਹਨੇ ਲੰਬੀ ਇੱਕ ਜਿਹੜੀ ਸੜਕ ਬਣਾ ਲਈ ਹੈ ਤੇ ਉਹ ਸੜਕ ਨੂੰ ਤੇ ਉਸ ਸੜਕ ਤੇ ਚੱਲਣ ਵਾਲੇ ਰੂਟ ਨੂੰ ਤੇ ਉਸ ਵਪਾਰਕ ਰੂਟ ਨੂੰ ਚੀਨ ਕਿਸੇ ਵੀ ਕੀਮਤ ਤੇ ਡਿਸਟਰਬ ਨਹੀਂ ਹੋਣ ਦੇਗਾ। ਉਹ ਨਹੀਂ ਚਾਹੁੰਦਾ ਵੀ ਇੰਨੀ ਜ਼ਿਆਦਾ ਇਨਫਰਾਸਟ੍ਰਕਚਰ ਵਿੱਚ ਜਿਹੜੀ ਉਹਨੇ ਇਨਵੈਸਟਮੈਂਟ ਕਰੀ ਆ ਉਹਨੂੰ ਕੋਈ ਵੀ ਛੋਟੀ ਮੋਟੀ ਗੱਲ ਜਾਂ ਕੋਈ ਵੀ ਜਿਹੜਾ ਐਡਵੈਂਚਰਿਜ਼ਮ ਆ, ਚਾਹੇ ਭਾਰਤ ਦਾ ਹੋਵੇ, ਚਾਹੇ ਬੰਗਲਾਦੇਸ਼ ਦਾ ਹੋਵੇ ਜਾਂ ਕਿਸੇ ਹੋਰ ਮੁਲਕ ਦਾ ਹੋਵੇ, ਉਹਨੂੰ ਉਹ ਤੋੜ ਸਕੇ। ਸੋ ਇਸ ਗੱਲ ਨੂੰ ਉਹ ਆਪਣੇ ਆਰਥਿਕ ਹਿੱਤਾਂ ਨੂੰ ਬਚਾਉਣ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਸਾਊਥ ਚਾਈਨਾ ਸੀ ਵਿੱਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ। ਜਦੋਂ ਤੱਕ ਜੀ ਜਿਨਪਿੰਗ ਰਾਸ਼ਟਰਪਤੀ ਨਹੀਂ ਸੀ ਬਣੇ, ਉਹ ਤੋਂ ਪਹਿਲਾਂ ਦੇ ਰਾਸ਼ਟਰਪਤੀਆਂ ਤੱਕ ਜਿਹੜੀ ਚੀਨ ਦੀ ਸਾਊਥ ਚਾਈਨਾ ਸੀ ਬਾਰੇ ਨੀਤੀ ਸੀ ਉਹ ਬਿਲਕੁਲ ਸ਼ਾਂਤਮਈ ਸੀ। ਉੱਥੇ ਉਹ ਕੋਈ ਵੀ ਕਾਰਵਾਈ ਨਹੀਂ ਸੀ ਕਰਦਾ। ਪਰ ਜਿਉਂ ਹੀ ਜੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਬਣਦੇ ਆ, ਉਹਨਾਂ ਦਾ ਸਾਊਥ ਚਾਈਨਾ ਸੀ ਬਾਰੇ ਤੇ ਬਾਰਡਰ ਬਾਰੇ ਇਸ਼ੂਜ਼ ਬਾਰੇ ਬਹੁਤ ਹੀ ਅਗਰੈਸਿਵ ਤੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੋਇਆ ਹੈ। ਸੋ ਸਾਊਥ ਚਾਈਨਾ ਸੀ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਚੀਨ ਨੇ ਬਹੁਤ ਸਾਰੀਆਂ ਆਈਲੈਂਡਸ, ਜਿਹੜੀਆਂ ਨਕਲੀ ਆਈਲੈਂਡਸ ਆ, ਰੇਤਾ ਸਿੱਟ ਕੇ ਸਮੁੰਦਰ ਵਿੱਚ ਟਨਾਂ ਦੇ ਟਨ ਜਹਾਜ਼ਾਂ ਰਾਹੀਂ ਰੇਤਾ ਸਿੱਟ ਕੇ ਉੱਥੇ ਦੀਪ ਬਣਾ ਲਏ ਨੇ, ਆਈਲੈਂਡਸ ਬਣਾ ਲਈਆਂ ਨੇ। ਸੋ ਉਹਨੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਕਿਲਾ ਮਜ਼ਬੂਤ ਕਰ ਰਿਹਾ ਹੈ। ਉੱਤੋਂ ਉਹ ਮੋਨੀਟਰਿੰਗ ਕਰਦਾ ਹੈ ਜਿਹੜੇ ਇੰਟਰਨੈਸ਼ਨਲ ਜਿਹੜਾ ਰੂਟ ਹੈ, 에ਅਰ ਰੂਟ ਹੈ, ਜਿਹਦੇ ਵਿੱਚ ਅਮਰੀਕਾ ਵੀ ਪੈਟਰੋਲਿੰਗ ਕਰਦਾ, ਰਸ਼ੀਆ ਵੀ ਪੈਟਰੋਲਿੰਗ ਕਰਦਾ ਤੇ ਹੋਰ ਬਹੁਤ ਸਾਰੇ ਮੁਲਕ ਵੀ ਪੈਟਰੋਲਿੰਗ ਕਰਦੇ ਨੇ। ਸੋ ਉੱਥੇ ਉਹਨੇ ਧੱਕ ਲਿਆਂਦਾ ਹੈਗਾ ਆਪਣਾ ਬਾਰਡਰ, ਆਪਾਂ ਕਹਿ ਸਕਦੇ ਹਾਂ ਵੀ ਧੱਕ ਕੇ ਦੂਰ ਲੈ ਗਿਆ। ਜਿਸ ਤਰ੍ਹਾਂ ਇਹ ਕਹਿ ਸਕਦੇ ਆ ਵੀ ਭਾਰਤ ਦੇ ਬਾਰਡਰ ਦੇ ਅੰਦਰ ਆ ਗਿਆ, ਇਸੇ ਤਰ੍ਹਾਂ ਇੰਟਰਨੈਸ਼ਨਲ ਬਾਰਡਰ ਵਿੱਚ ਵੀ ਉਹਨੇ ਅਗਰੈਸਿਵ ਮੋਡ ਆ ਜਿਹੜਾ ਉਹ ਅਖਤਿਆਰ ਕਰ ਲਿਆ ਹੋਇਆ। ਸੋ ਹੁਣ ਹਾਲਾਤ ਇਹ ਨੇ ਵੀ ਭਾਰਤ ਨੂੰ ਚੀਨ ਦੀਆਂ ਸ਼ਰਤਾਂ ਤੇ ਕੋਈ ਨਾ ਕੋਈ ਸਮਝੌਤਾ ਕਰਨਾ ਪਵੇਗਾ। ਸੋ ਉਹ ਸਮਝੌਤਾ ਕਿਸ ਤਰ੍ਹਾਂ ਦਾ ਹੁੰਦਾ ਹੈ ਜਾਂ ਉਹਦੇ ਭਾਰਤ ਦੀ ਆਰਥਿਕਤਾ ਤੇ ਖਾਸ ਕਰਕੇ ਉਹਨਾਂ ਲੋਕਾਂ ਦੀ ਮਾਨਸਿਕਤਾ ਤੇ ਕਿਸ ਤਰ੍ਹਾਂ ਦੇ ਅਸਰ ਹੁੰਦੇ ਨੇ ਜਿਹੜੇ ਲਗਾਤਾਰ ਜੰਗ ਦੀਆਂ ਧਮਕੀਆਂ ਜਾਂ ਜੰਗ ਦੇ ਗੀਤ ਗਾਉਂਦੇ ਰਹੇ ਨੇ, ਜਿਹੜੇ ਲਗਾਤਾਰ ਇਹ ਦੱਸਦੇ ਰਹੇ ਨੇ ਵੀ ਅਸੀਂ ਜੰਗ ਨਾਲ ਸਾਰਾ ਕੁਝ ਹਥਿਆ ਸਕਦੇ ਹਾਂ। ਸੋ ਉਹਨਾਂ ਲਈ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਪਰਖ ਦੀ ਘੜੀ ਆ ਜਿਹੜੀ ਆ ਰਹੀ ਹੈ। ਚੀਨ ਇਸ ਦੇ ਨਾਲ ਹੀ ਇੱਕ ਤਾਂ CPEC ਨੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਾਇਆ ਹੈ ਤੇ ਦੂਜੇ ਪਾਸੇ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਚੀਨ ਬੀਜਿੰਗ ਤੋਂ ਕਾਠਮੰਡੂ ਤੱਕ ਇੱਕ ਸੜਕ ਬਣਾ ਰਿਹਾ ਹੈ। ਹਾਲੇ ਸ਼ੁਰੂ ਹੋਇਆ ਹੈ ਪ੍ਰੋਜੈਕਟ, ਉਹਨੂੰ ਟਾਈਮ ਲੱਗੇਗਾ। ਸੋ ਆਪਣੇ ਉਹ ਇੰਟਰਸਟ ਆ ਨੇਪਾਲ ਦੇ ਜਿਹੜੇ ਤੇਵਰ ਨੇ ਇਸ ਵੇਲੇ ਭਾਰਤ ਨਾਲ ਜਿਹੜੇ ਸ਼ੁਰੂ ਹੋਏ ਨੇ, ਉਹਨਾਂ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਉਹ ਇੱਕ ਤਰ੍ਹਾਂ ਨਾਲ ਚੀਨ ਦੇ ਦਬਾਅ ਥੱਲੇ ਆ ਗਿਆ ਹੋਇਆ ਹੈ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਹਾਲਾਤ ਖਰਾਬ ਹੋ ਰਹੇ ਨੇ, ਡਿਪਲੋਮੈਟਿਕਲੀ ਬੇਸ਼ੱਕ ਕੋਸ਼ਿਸ਼ਾਂ ਹੋ ਰਹੀਆਂ ਨੇ, ਅਮਰੀਕਾ ਵੀ ਇੱਕ ਤਰ੍ਹਾਂ ਨਾਲ ਵਿਚੋਲਗੀ ਕਰਨ ਦੀ ਹਾਮੀ ਭਰ ਚੁੱਕਿਆ ਹੈ, ਪਰ ਦੋਵੇਂ ਮੁਲਕ ਕਹਿੰਦੇ ਆ ਵੀ ਅਸੀਂ ਆਪਣੀ ਗੱਲ ਕਰ ਸਕਣਗੇ। ਪਰ ਬਾਈ ਚਾਂਸ ਜੇ ਗੱਲ ਕਿਸੇ ਤਣ ਪੱਤਣ ਤੇ ਨਹੀਂ ਲੱਗਦੀ ਤਾਂ ਉਹ ਤੋਂ ਬਾਅਦ ਜੇ ਲੜਾਈ ਫੌਜਾਂ ਤੱਕ ਪਹੁੰਚਦੀ ਹੈ ਤਾਂ ਆਪਾਂ ਨੂੰ ਇਹ ਦੇਖਣਾ ਹੋਊਗਾ ਕਿ ਫੌਜਾਂ ਨਾਲ ਲੜਾਈ ਲੱਗਣ ਦੇ ਮਾਮਲੇ ਵਿੱਚ ਕਿਹੜੀ ਧਿਰ ਦਾ ਹੱਥ ਭਾਰੀ ਹੈ, ਕਿਹੜੀ ਧਿਰ ਕੋਲ ਕਿੰਨੇ ਹਥਿਆਰ ਨੇ, ਕਿੰਨੀ ਟੈਕਨੋਲੋਜੀ ਆ, ਕਿੰਨੇ ਪੈਸੇ ਨੇ ਜਾਂ ਕਿੰਨੀ ਲੜਨ ਦੀ ਸ਼ਕਤੀ ਹੈ। ਸੋ ਇਸ ਸੰਦਰਭ ਵਿੱਚ ਜੇ ਜੰਗ ਤੱਕ ਹਾਲਾਤ ਪਹੁੰਚ ਜਾਂਦੇ ਨੇ ਤਾਂ ਆਪਾਂ ਉਸ ਸੰਦਰਭ ਵਿੱਚ ਜੇ ਦੋਹਾਂ ਧਿਰਾਂ ਦੇ ਫੌਜਾਂ ਦੀ ਗਿਣਤੀ ਔਰ ਫੌਜੀ ਤਕਨੀਕ ਦਾ ਤੇ ਹਥਿਆਰਾਂ ਦਾ ਜੇ ਮੁਲਾਂਕਣ ਕਰੀਏ ਤਾਂ ਜਿਹੜੀ ਗੱਲ ਹੈ ਉਹ ਸਪਸ਼ਟ ਸਮਝ ਆ ਜਾਂਦੀ ਹੈ ਕਿ ਚੀਨ ਦਾ ਪਲੜਾ ਹੈ ਜਿਹੜਾ ਉਹ ਬਹੁਤ ਭਾਰੀ ਹੈ। ਇਸ ਮਾਮਲੇ ਵਿੱਚ ਚੀਨ ਦਾ ਰੱਖਿਆ ਬਜਟ ਆ ਜਿਹੜਾ ਉਹ 225 ਅਰਬ ਡਾਲਰ ਦਾ ਹੈ।
ਸੋ ਚੀਨ ਦਾ ਜਿਹੜਾ ਫੌਜਾਂ ਤੇ ਉਹ ਪੈਸੇ ਖਰਚਦਾ 225 ਅਰਬ ਡਾਲਰ ਹਰ ਸਾਲ ਖਰਚਦਾ ਹੈ। ਇਸ ਦੇ ਮੁਕਾਬਲੇ ਭਾਰਤ 55 ਅਰਬ ਡਾਲਰ ਖਰਚਦਾ ਹੈ, ਜਿਹਦੇ ਵਿੱਚ ਫੌਜੀਆਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵੀ ਸ਼ਾਮਲ ਹਨ, ਤੇ ਉਸ ਤੋਂ ਬਿਨਾਂ ਉਸ ਦਾ ਬਾਕੀ ਜੋ ਹਥਿਆਰ ਵਗੈਰਾ ਤੇ ਮਾਡਰਨਾਈਜੇਸ਼ਨ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਜੇ ਟੈਂਕਾਂ ਦੀ ਗੱਲ ਕਰੀਏ ਤਾਂ ਚੀਨ ਕੋਲ ਟੈਂਕਾਂ ਦੀ ਗਿਣਤੀ 13,000 ਹੈ। ਸੋ ਫੌਜ ਕੋਲ 13,000 ਟੈਂਕ, ਚੀਨ ਦੀ ਫੌਜ ਕੋਲ 13,000 ਟੈਂਕ ਨੇ। ਭਾਰਤ ਦੀ ਫੌਜ ਕੋਲ 4100 ਟੈਂਕ ਨੇ, 4100। ਸੋ ਦੇਖ ਸਕਦੇ ਹਾਂ ਵੀ 13,000 ਤੇ 4100 ਵਿੱਚ ਬਹੁਤ ਵੱਡਾ ਫਰਕ ਹੈ। ਬਖਤਰਬੰਦ ਗੱਡੀਆਂ ਜਿਹੜੀਆਂ ਕਿ ਬਹੁਤ ਜ਼ਰੂਰੀ ਹੁੰਦੀਆਂ ਜੰਗ ਦੇ ਦੌਰਾਨ, ਚੀਨ ਕੋਲ 40,000 ਨੇ, ਬਹੁਤ ਜ਼ਿਆਦਾ ਗਿਣਤੀ ਵਿੱਚ ਗੱਡੀਆਂ, 40,000 ਗੱਡੀਆਂ ਚੀਨ ਕੋਲ ਬਖਤਰਬੰਦ ਗੱਡੀਆਂ ਨੇ। ਭਾਰਤ ਕੋਲ ਬਖਤਰਬੰਦ ਗੱਡੀਆਂ 2800 ਨੇ। ਸੋ 40,000 ਤੇ 2800 ਦਾ ਤਵਾਜ਼ਨ ਅਸੀਂ ਦੇਖ ਸਕਦੇ ਹਾਂ ਫੌਜੀ ਨੁਕਤਾ ਨਜ਼ਰ ਤੋਂ ਵੀ ਕਾਫੀ ਮਹੱਤਵਪੂਰਨ ਹੁੰਦਾ ਜਾਂਦਾ ਹੈ। ਰਾਕਟ ਪ੍ਰੋਜੈਕਟਰ ਜਿਨ੍ਹਾਂ ਰਾਹੀਂ ਰਾਕਟ ਛੱਡੇ ਜਾਣੇ ਹਨ ਜਾਂ ਹੋਰ ਛੋਟੀਆਂ ਮਿਜ਼ਾਈਲਾਂ ਛੱਡੀਆਂ ਜਾਣੀਆਂ ਹਨ, ਉਹਨਾਂ ਦੀ ਗਿਣਤੀ ਚੀਨ ਕੋਲ 2500 ਹੈ। ਉਹ 2500 ਰਾਕਟ ਪ੍ਰੋਜੈਕਟਰ ਚੀਨ ਲਈ ਬੈਠਾ ਹੈ। ਭਾਰਤ ਕੋਲ ਉਹ ਗਿਣਤੀ 266 ਹੈ। ਸੋ 2500 ਦੇ ਮੁਕਾਬਲੇ 266 ਜਿਹੜੇ ਰਾਕਟ ਪ੍ਰੋਜੈਕਟਰ ਆ ਉਹ ਭਾਰਤ ਕੋਲ ਹੈਗੇ ਨੇ। ਜਿਹੜੇ ਹਵਾਈ ਜਹਾਜ਼, ਜੰਗੀ ਜਹਾਜ਼ ਨੇ ਜਿਨ੍ਹਾਂ ਰਾਹੀਂ ਹਵਾਈ ਹਮਲੇ ਹੁੰਦੇ ਨੇ, ਚੀਨ ਕੋਲ 714 ਹਵਾਈ ਜਹਾਜ਼ ਨੇ ਜੰਗ ਕਰਨ ਵਾਲੇ, ਤੇ ਭਾਰਤ ਕੋਲ 295 ਜੰਗੀ ਜਹਾਜ਼ ਨੇ। ਸੋ ਬਹੁਤ ਵੱਡਾ ਫਰਕ ਹੈ, 714 ਤੇ 295, ਅੱਧ ਤੋਂ ਵੀ ਜ਼ਿਆਦਾ ਦਾ ਫਰਕ ਹੈ ਜਿਹੜਾ ਉਹ ਚੱਲਿਆ ਹੋਇਆ ਹੈ। ਸੋ ਜਿਹੜੀਆਂ ਪਣਡੁੱਬੀਆਂ ਨੇ ਸਮੁੰਦਰ ਵਿੱਚ ਹਮਲੇ ਕਰਦੀਆਂ ਨੇ, ਉਹ ਚੀਨ ਕੋਲ 76 ਨੇ, 76, ਤੇ ਭਾਰਤ ਕੋਲ 16 ਨੇ। ਸੋ 60 ਪਣਡੁੱਬੀਆਂ ਜਿਹੜੀਆਂ ਜ਼ਿਆਦਾ ਨੇ। ਸੋ ਪਰਸੈਂਟੇਜ ਵਿੱਚ ਆਪਾਂ ਮਾਤਰਾ ਕੱਢ ਸਕਦੇ ਹਾਂ ਵੀ ਬਹੁਤ ਜ਼ਿਆਦਾ ਹੈਗੀਆਂ। ਜਿਹੜੇ ਵੱਡੇ ਬੇੜੇ ਆ ਜਿਨ੍ਹਾਂ ਤੇ 40 ਜਾਂ 50 ਹਵਾਈ ਜਹਾਜ਼ ਜਿਹੜੇ ਜੰਗ ਲੜਨ ਵਾਲੇ ਉਹ ਇੱਕਦਮ ਚਲਾਏ ਜਾ ਸਕਦੇ ਆ, ਉਹ ਚੀਨ ਕੋਲ 2 ਨੇ, ਭਾਰਤ ਕੋਲ 1 ਹੈ। ਇਸੇ ਤਰ੍ਹਾਂ ਜਿਹੜੀਆਂ ਚੀਨ ਦੀਆਂ ਮਿਜ਼ਾਈਲਾਂ ਨੇ ਉਹ 5500 ਕਿਲੋਮੀਟਰ ਤੱਕ ਮਾਰ ਕਰ ਸਕਦੀਆਂ ਨੇ। ਸੋ 5500 ਕਿਲੋਮੀਟਰ ਰੇਂਜ ਆ ਉਹਨਾਂ ਦੀ, ਉਹ ਦੁਸ਼ਮਣ ਦੇ ਟਿਕਾਣਿਆਂ ਤੇ ਮਾਰ ਕਰ ਸਕਦੀਆਂ ਨੇ। ਜਿਹੜੀਆਂ ਦੂਜੇ ਮੁਕਾਬਲੇ ਭਾਰਤ ਦੀਆਂ ਨੇ ਉਹਨਾਂ ਦੀ ਰੇਂਜ ਆ ਜਿਹੜੀ ਬਹੁਤ ਘੱਟ ਹੈ। ਸੋ ਆਪਾਂ ਦੇਖ ਸਕਦੇ ਹਾਂ ਵੀ ਹਥਿਆਰਾਂ ਦੇ ਮਾਮਲੇ 'ਚ ਤੇ ਬਜਟ ਦੇ ਮਾਮਲੇ ਵਿੱਚ ਜਿਹੜੀ ਚੀਨ ਦੀ ਤਕਨੀਕੀ ਹਾਲਤ ਹੈ ਉਹ ਜ਼ਿਆਦਾ ਹੀ ਉੱਪਰ ਹੈ। ਹਾਂ, ਇਸ ਰਾਸ਼ਟਰਪਤੀ ਦੇ ਆਉਣ ਤੋਂ ਇਹਨਾਂ ਨੇ ਜਿਹੜਾ ਫੌਜ ਦਾ ਆਧੁਨਿਕੀਕਰਨ ਕੀਤਾ ਜੀ ਜਿਨਪਿੰਗ ਨੇ, ਉਹਦੇ ਵਿੱਚੋਂ ਚੀਨ ਦੀ ਫੌਜ ਦਾ ਕੁਛ ਜਿਹੜੀ ਗਿਣਤੀ ਆ ਘਟਾਈ ਗਈ ਹੈ ਤਾਂ ਕਿ ਵਾਧੂ ਪੈਸਾ ਤਨਖਾਹਾਂ ਤੇ ਨਾ ਖਰਚ ਆਵੇ, ਉਹ ਸਾਜੋ ਸਮਾਨ ਲੈਣ ਤੇ ਖਰਚ ਆਵੇ। ਚੀਨ ਦੀ 14 ਲੱਖ ਫੌਜ ਤੋਂ ਹੁਣ ਇਹ 10 ਲੱਖ ਤੱਕ, 9,80,000 ਤੱਕ ਦੱਸਿਆ ਜਾਂਦਾ ਵੀ ਲਗਭਗ 10,000 ਫੌਜ ਹੈ। ਔਰ ਚੀਨ ਦੀ ਫੌਜ ਦਾ ਇਹ ਹੈਗਾ ਵੀ ਉਹ ਸਾਰੀ ਦੀ ਸਾਰੀ ਸਿਰਫ ਬਾਰਡਰਾਂ ਤੇ ਲੜਾਈ ਲੜਨ ਲਈ ਹੈ, ਉਹ ਕਿਸੇ ਅੰਦਰੂਨੀ ਸੰਕਟ ਦਾ ਮੁਕਾਬਲਾ ਕਰਨ ਲਈ ਨਹੀਂ। ਜਿਸ ਤਰ੍ਹਾਂ ਭਾਰਤ ਦੀ ਫੌਜ, ਬਹੁਤ ਸਾਰੀ ਫੌਜ ਕਸ਼ਮੀਰ ਵਿੱਚ ਬੈਠੀ ਹੈ ਜਾਂ ਉੱਤਰ ਪੂਰਬ ਵਿੱਚ ਲਗਾਤਾਰ ਆਪਰੇਸ਼ਨ ਕਰ ਰਹੀ ਹੈ। ਸੋ ਚੀਨ ਆਪਣੀ ਫੌਜ ਨੂੰ ਇਸ ਤਰ੍ਹਾਂ ਦੇ ਕਿਸੇ ਆਪਰੇਸ਼ਨ ਲਈ ਨਹੀਂ ਵਰਤਦਾ। ਸੋ ਉਹ 9,80,000 ਦੇ ਕਰੀਬ ਜਿਹੜੀ ਫੌਜ ਆ ਉਹ ਭਾਰਤ ਦੀ 12-13 ਲੱਖ ਫੌਜ ਦੇ ਮੁਕਾਬਲੇ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਨਿਪੁੰਨ ਹੈ, ਕਿਉਂਕਿ ਉਹ ਸਾਰੀ ਦੀ ਸਾਰੀ ਜੰਗ ਲੜਨ ਵਾਲੀ ਹੈ। ਭਾਰਤ ਵਾਂਗ ਅੰਦਰੂਨੀ ਖੇਤਰਾਂ ਵਿੱਚ ਨਹੀਂ ਵਰਤੀ ਜਾਂਦੀ। ਸੋ ਇਸ ਸੰਦਰਭ ਵਿੱਚ ਚੀਨ ਤੇ ਭਾਰਤ ਦੇ ਹਾਲਾਤ ਨੇ ਜਿਹੜੇ ਆਪਾਂ ਦੇਖ ਸਕਦੇ ਹਾਂ ਵੀ ਚੀਨ ਦਾ ਹੱਥ ਹੈ ਜਿਹੜਾ ਤਕਨੀਕੀ ਤੌਰ ਤੇ ਕਾਫੀ ਉੱਪਰ ਹੈ। ਸੋ ਜੇ ਡਿਪਲੋਮੈਟਿਕਲੀ ਇਹ ਮਸਲਾ ਹੱਲ ਨਾ ਹੋਇਆ ਤਾਂ ਇੱਕ ਤਾਂ ਜੰਗ ਦੇ ਅਸਾਰ ਬਣ ਸਕਦੇ ਆ, ਤੇ ਦੂਜਾ ਜੰਗ ਦੀ ਹਾਲਤ ਵਿੱਚ ਇਹ ਲਗਾਤਾਰ ਲੱਗ ਰਿਹਾ ਵੀ ਭਾਰਤ ਨੂੰ ਅਮਰੀਕਾ ਕਿੰਨੀ ਕੁ ਸਹਾਇਤਾ ਕਰੇਗਾ। ਸੋ ਭਾਰਤ ਦੀ ਕੀ ਉਹ ਹਵਾਈ ਹਮਲੇ ਕਰੇਗਾ ਭਾਰਤ ਵੱਲੋਂ, ਨਹੀਂ ਕਰੇਗਾ, ਜਾਂ ਜਸਟ ਸਾਜੋ ਸਮਾਨ ਹੀ ਦੇਵੇਗਾ। ਸੋ ਸਾਨੂੰ ਨਹੀਂ ਲੱਗਦਾ ਕਿ ਅਮਰੀਕਾ ਭਾਰਤ ਦੀ ਇਸ ਤਰ੍ਹਾਂ ਫੌਜੀ ਜੰਗ ਵਿੱਚ ਉਹਦੀ ਇਸ ਤਰ੍ਹਾਂ ਜਿਹੜੀ ਐਕਟਿਵ ਸਹਾਇਤਾ ਉਹ ਕਰੇਗਾ, ਕਿਉਂਕਿ ਸੀਰੀਆ ਵਾਲਾ ਮਸਲਾ ਉਹਨੇ ਦੇਖ ਲਿਆ ਹੋਇਆ। ਸੀਰੀਆ ਵਿੱਚ ਜਿਉਂ ਹੀ ਰੂਸ ਦਾ ਦਖਲ ਹੁੰਦਾ ਹੈ, ਰੂਸ ਦਾਖਲ ਹੁੰਦਾ ਹੈ ਸੀਰੀਆ ਦੀ ਲੜਾਈ ਵਿੱਚ, ਤਾਂ ਅਮਰੀਕਾ ਦੀਆਂ ਸਾਰੀਆਂ ਗਿਣਤੀਆਂ ਪੁੱਠੀਆਂ ਪੈ ਜਾਂਦੀਆਂ ਨੇ, ਤੇ ਉਹ ਜਿੰਨੇ ਉਹਨੇ ਸੁਪਨੇ ਲਏ ਸੀ ਸੀਰੀਆ ਨੂੰ 6 ਮਹੀਨੇ ਵਿੱਚ ਜਿੱਤਣ ਦੇ, ਉਹ ਸਾਰੇ ਖਤਮ ਹੋ ਗਏ ਆ। ਤੇ ਹੁਣ ਉਹ ਇੱਕ ਡਿਫੈਂਸਿਵ ਮੋਡ ਤੇ ਆ। ਜੇ ਉਹਨੇ ਸੀਰੀਆ ਵਿੱਚ ਕੋਈ ਮਿਜ਼ਾਈਲਾਂ ਦਾਗਣੀਆਂ ਵੀ ਹੁੰਦੀਆਂ ਹਨ ਤਾਂ ਪਹਿਲਾਂ ਰੂਸ ਨੂੰ ਦੱਸਦਾ ਹੈ ਕਿ ਅਸੀਂ ਉਸ ਇਲਾਕੇ ਵਿੱਚ ਮਿਜ਼ਾਈਲਾਂ ਦਾਗਣੀਆਂ, ਤੁਸੀਂ ਆਪਣੀਆਂ ਫੌਜਾਂ ਨੂੰ ਉੱਥੋਂ ਕੱਢ ਲਿਓ, ਅਸੀਂ ਜਿਸ ਤਰ੍ਹਾਂ ਮਿਜ਼ਾਈਲਾਂ ਦਾਗ ਕੇ ਆਪਣਾ ਜਿਹੜਾ ਨਿਸ਼ਾਨਾ ਹੈ ਜਾਂ ਆਪਣਾ ਜਿਹੜਾ ਰਾਜਨੀਤਿਕ ਹੰਕਾਰ ਹੈ ਉਹਦੀ ਪੂਰਤੀ ਕਰਨੀ ਹੈ। ਸੋ ਇਸ ਸੰਦਰਭ ਵਿੱਚ ਚੀਨ ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਇਸ ਵੇਲੇ ਕੜਵਾਹਟ ਵਿੱਚ ਨੇ। 40 ਤੋਂ 60 ਕਿਲੋਮੀਟਰ ਸਕੁਅਰ ਤੱਕ ਜਿਹੜੀਆਂ ਚੀਨ ਦੀਆਂ ਫੌਜਾਂ ਨੇ ਉਹ ਭਾਰਤ ਵਿੱਚ ਦਾਖਲ ਹੋ ਗਈਆਂ ਹਨ। ਅਗਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਇਹ ਦੇਖਣਾ ਹੋਏਗਾ ਕਿ ਭਾਰਤ ਤੇ ਡਿਪਲੋਮੇਸੀ ਕਿਸ ਤਰ੍ਹਾਂ ਦੀਆਂ ਸ਼ਰਤਾਂ ਤੇ ਜਿਹੜਾ ਸਮਝੌਤਾ ਕਰਦੀ ਹੈ। ਆਇਆ ਜਿਹੜਾ ਉਹ 60 ਕਿਲੋਮੀਟਰ ਵਾਲਾ ਇਲਾਕਾ ਹੈ ਉਹ ਭਾਰਤ ਨੂੰ ਵਾਪਸ ਮਿਲਦਾ ਹੈ ਜਾਂ ਉਹ ਚੀਨ ਦੇ ਕਬਜ਼ੇ ਵਿੱਚ ਹੀ ਰਹੇਗਾ, ਤੇ ਚੀਨ ਕਿਹੜੀਆਂ ਸ਼ਰਤਾਂ ਅਧੀਨ ਹੈ ਜਿਹੜੀਆਂ ਉਹ ਭਾਰਤ ਨਾਲ ਸਮਝੌਤਾ ਕਰਦਾ ਹੈ। ਸੋ ਅਗਲੇ ਦਿਨਾਂ ਵਿੱਚ ਇਸ ਸਥਿਤੀ ਤੇ ਕਾਫੀ ਨਿਗਾਹ ਰੱਖਣ ਦੀ ਲੋੜ ਹੈ।